ਉਹਨਾਂ ਨੇ ਵੀ ਕਹਿੰਦੇ ਜੇ ਤੂੰ ਨਹੀਂ ਕੰਮ ਕਰਨਾ ਸਾਨੂੰ ਲੱਖ ਰੁਪਈਆ ਦੇ ਤੇ ਜਾ ਇੰਡੀਆ ਨੂੰ। ਤੇ ਫਿਰ ਮੈਂ ਕਿਹਾ ਮੈਡਮ ਮੈਂ ਲੱਖ ਰੁਪਈਆ ਕਿੱਥੋਂ ਦਾ, ਮੈਂ ਤਾਂ ਆਪ ਘਰੇ ਵੀ ਛੋੜਾ ਜਿਹਾ ਬੱਚਾ ਛੱਡ ਕੇ ਆਈ, ਮੈਂ ਕਿਰਾਏ ਤੇ ਰਹਿੰਦੀ ਆ। ਮੈਂ ਕਿਹਾ ਮੇਰੇ ਤੋਂ ਲੱਖ ਰੁਪਈਆ ਹੈ ਨਹੀਂ। ਕਹਿੰਦੀ ਫਿਰ ਤਾਂ ਨਹੀਂ ਜਾ, ਹੁਣ ਇੱਥੇ ਬੈਠੀ ਰਹੇ, ਲੱਖ ਰੁਪਈਆ ਹੈ ਨਹੀਂ ਤਾਂ। मौसी ने बुलाया तो वो वहाँ पे परेशान थी तबीयत की वजह से। उसने बोला कि हमको हेल्प चाहिए। हमने हेल्प के लिए अपनी वाइफ को भेजा था। ਤੇ ਉਹਨਾਂ ਦੇ ਜਿੱਦਾਂ ਮਾਸੀ ਦੀ ਜਗ੍ਹਾ ਦੀ ਜਿੱਥੇ ਮਾਸੀ ਰਹਿੰਦੇ ਸੀ ਉੱਥੇ ਮੈਨੂੰ ਭੇਜ ਦਿੱਤਾ। ਤੇ ਉੱਥੇ ਮੈਂ ਗਈ ਤੇ ਕਹਿੰਦੇ ਵੀ ਇੱਥੇ ਬੇਬੀ ਕੇਅਰ ਕਰਨਾ ਹੈ। ਤੇ ਬੇਬੀ ਕੇਅਰ 'ਚ ਅੱਛਾ ਮੈਂ ਰਾਤ ਸਾਰੀ ਲੱਗੀ ਰਹੀ ਕੰਮ ਕਰਨ। ਤੇ ਬੇਬੀ ਕੇਅਰ ਵੀ ਨਹੀਂ ਸੀ ਉੱਥੇ। ਫਿਰ ਮੈਨੂੰ 2 ਘਰਾਂ 'ਚ ਉਹਨਾਂ ਨੇ ਕੰਮ ਪੂਰਾ ਕਰਾਇਆ, ਜਿੱਦਾਂ ਰਾਤ ਦੇ 12-1 ਵਜੇ ਤੱਕ। ਫਿਰ ਤੜਕੇ ਮੈਨੂੰ 5 ਵਜੇ ਉਠਾਲ ਦੇਣਾ, ਨਾ ਰੋਟੀ ਨਾ ਪਾਣੀ, ਕੁਛ ਵੀ ਨਹੀਂ ਦੇਣਾ। ਕੰਮ ਤਾਂ ਬਹੁਤ ਕਰਦੀਆਂ ਆ ਕੁੜੀਆਂ ਨਾਲ, ਬਹੁਤ ਗਲਤ ਕੰਮ ਵੀ ਚੱਲਦਾ ਹੈ ਉੱਧਰ, ਕੁੱਟਮਾਰ ਵੀ ਬਹੁਤ ਕਰਦੇ ਆ। कैसा गलत काम कैसा होता है? ਵੀ ਜਿੱਦਾਂ ਰੇਪ ਕਰਦੇ ਕੁੜੀਆਂ ਨਾਲ ਉੱਧਰ। ਨੌ ਮਈ ਨੂੰ ਗਈ ਸੀ ਇੱਥੋਂ ਤੇ ਮਾਸੀ ਕੋਲ ਗਈ ਸੀ। ਮਾਸੀ ਬਿਮਾਰ ਰਹਿੰਦੇ ਸੀ ਤੇ ਉਹਦਾ ਕਰਕੇ ਮੈਂ ਗਈ ਸੀ ਮਾਸੀ ਨੇ। ਤੇ ਮਾਸੀ ਦਾ ਵੀ ਇੱਥੋਂ ਮੈਨੂੰ ਕਹਿੰਦੀ ਸੀ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ, ਵੀ ਦੇਖਾ ਤੂੰ ਮੇਰੇ ਥਾਂ 'ਤੇ ਆ ਜਾ। ਫਿਰ ਹਸਬੈਂਡ ਨੇ ਕਾਲ ਕੀਤੀ ਵੀ ਕੋਈ ਨਾ ਮਾਸੀ ਮੈਂ ਭੇਜ ਦਿੰਦਾ ਹਾਂ। ਤੇ ਇਸ ਕਰਕੇ ਮੈਂ ਚਲ ਗਈ। ਮੈਨੂੰ ਉੱਥੇ ਦਾ ਪਤਾ ਨਹੀਂ ਕੁਛ ਵੀ ਗਾੜੀ। ਤੇ ਜਿੱਦਾਂ ਇੱਥੋਂ ਮੈਂ ਗਈ ਹਾਂ ਤਾਂ ਉੱਥੇ ਮੈਨੂੰ ਜਿੱਦਾਂ ਉੱਥੋਂ ਲੈ ਗਏ ਆ ਮਾਸਕਟ ਤੋਂ। ਤੇ ਉੱਥੇ ਮੈਨੂੰ ਜਿੱਦਾਂ ਹੋਰ ਟੈਕਸੀ 'ਚ ਲੈ ਗਏ, ਉੱਥੇ ਹੋਰ ਘਰੇ ਮੈਨੂੰ ਛੱਡ ਦਿੱਤਾ ਕੰਮ 'ਤੇ ਰਾਤ ਨੂੰ। ਤੇ ਕੰਮ 'ਤੇ ਛੱਡ ਦਿੱਤਾ। ਉੱਥੇ ਮੈਨੂੰ ਰਾਤ ਸਾਰੀ 12 ਵਜੇ ਤੱਕ ਮੇਰੇ ਤੋਂ ਕੰਮ ਸਾਰੇ ਕਰਾਇਆ ਉਹਨਾਂ ਨੇ, ਸੌਣ ਵੀ ਨਹੀਂ ਦਿੱਤਾ ਜਾ ਕੇ। ਤੇ ਫਿਰ ਸਵੇਰ ਨੂੰ ਉੱਠੀ ਮੈਂ ਤੇ ਮੈਨੂੰ ਵਾਹਵਾ ਜਿੱਦਾਂ ਉਹਨਾਂ ਨੇ ਧੋਕੇ ਮਾਰੇ ਚ ਕੰਮ ਕਰ, ਉੱਠ ਕੇ ਇੱਦਾਂ ਕਰ। ਤੇ ਮੈਂ ਕੰਮ ਲੱਗ ਪਈ। ਫਿਰ ਸ਼ਾਮਾਂ ਨੂੰ ਜਿੱਦਾਂ ਮੈਨੂੰ ਕਹਿੰਦੇ ਆਫਿਸ ਜਾਣਾ, ਮੈਂ ਕਿਹਾ ਚਲੋ ਠੀਕ ਆ ਮੈਂ ਆਫਿਸ ਚੱਲ ਜਾਣਾ। ਮੈਂ ਇਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਸਾਹਿਬ ਮੈਂ ਕਿਹਾ ਆਫਿਸ 'ਚ ਕਹਿੰਦੇ ਚੱਲ ਜਾਣਾ, ਫਿਰ ਤੁਸੀਂ ਚੱਲ ਜਾਓ ਕੋਈ ਗੱਲ ਨਹੀਂ। ਅੱਛਾ ਮੈਂ ਚੱਲ ਗਈ ਇੱਥੋਂ। ਮੈਂ ਕਿਹਾ ਉੱਦਣ ਦਾ ਮੇਰੇ ਤੋਂ ਫੋਨ ਫੜ ਲਿਆ ਉਹਨਾਂ ਨੇ, ਫੋਨ ਫੜ ਕੇ ਮੇਰੀ ਗੱਲ ਨਹੀਂ ਕਰਾਈ। 5-6 ਦਿਨ ਬਾਅਦ ਮੈਨੂੰ ਫਿਰ ਉਹਨਾਂ ਦੇ ਜਿੱਦਾਂ ਮਾਸੀ ਦੀ ਜਗ੍ਹਾ ਦੀ ਜਿੱਥੇ ਮਾਸੀ ਰਹਿੰਦੇ ਸੀ ਉੱਥੇ ਮੈਨੂੰ ਭੇਜ ਦਿੱਤਾ। ਤੇ ਉੱਥੇ ਮੈਂ ਗਈ ਤੇ ਕਹਿੰਦੇ ਵੀ ਇੱਥੇ ਬੇਬੀ ਕੇਅਰ ਕਰਨਾ ਹੈ। ਤੇ ਬੇਬੀ ਕੇਅਰ 'ਚ ਅੱਛਾ ਮੈਂ ਰਾਤ ਸਾਰੀ ਲੱਗੀ ਰਹੀ ਕੰਮ ਕਰਨ। ਤੇ ਬੇਬੀ ਕੇਅਰ ਵੀ ਨਹੀਂ ਸੀ ਉੱਥੇ। ਫਿਰ ਮੈਨੂੰ 2 ਘਰਾਂ 'ਚ ਉਹਨਾਂ ਨੇ ਕੰਮ ਪੂਰਾ ਕਰਾਇਆ, ਜਿੱਦਾਂ ਰਾਤ ਦੇ 12-1 ਵਜੇ ਤੱਕ। ਫਿਰ ਤੜਕੇ ਮੈਨੂੰ 5 ਵਜੇ ਉਠਾਲ ਦੇਣਾ, ਨਾ ਰੋਟੀ ਨਾ ਪਾਣੀ, ਕੁਛ ਵੀ ਨਹੀਂ ਦੇਣਾ। ਫਿਰ ਮੈਨੂੰ ਉੱਠ ਕੇ ਚਾਹ ਵੀ ਨਹੀਂ ਮਿਲਣੀ, ਝਾੜੂ ਪੋਚਾ ਕਰਨਾ ਕਹਿੰਦੇ ਉੱਠ ਕੇ। ਫਿਰ ਉੱਥੇ ਜਾ ਕੇ ਮੈਨੂੰ ਪਤਾ ਨਹੀਂ ਮਾਸੀ ਤੇ ਮੈਂ ਕਿਹਾ ਇੱਥੇ ਹੈ ਹੀ ਨਹੀਂ ਗੀ। ਵੀ ਮਾਸੀ ਜਦੋਂ ਦੇਖਿਆ ਵੀ ਕਹਿੰਦੇ ਹੋਰ ਘਰੇ ਆਈ ਹੋਈ ਹੈ ਇੱਥੇ। ਮਾਸੀ ਤੇ ਕਹਿੰਦੀ ਸੀ ਵੀ ਅਖੇ ਮੈਂ ਵੀਜ਼ਾ ਪਾਉਣੀ, ਮੈਂ ਟਿਕਟ ਵੀ ਪਾ ਦਿੰਦੀ ਹਾਂ। ਪਹਿਲਾਂ ਸਾਨੂੰ ਇਹੀ ਬੋਲਿਆ ਵੀ ਟਿਕਟ ਵੀ ਪਾਉਣੀ, ਵੀਜ਼ਾ ਵੀ ਪਾਉਣੀ। ਫਿਰ ਇਹਨਾਂ ਨੇ ਇਕੱਲਾ ਵੀਜ਼ਾ ਪਾਇਆ ਸਾਨੂੰ ਤੇ ਟਿਕਟ ਅਸੀਂ ਆਪਦੇ ਕੋਲੇ ਕਰਾਈ ਆ। ਕੰਮ ਤਾਂ ਬਹੁਤ ਕਰਦੀਆਂ ਆ ਕੁੜੀਆਂ ਨਾਲ, ਬਹੁਤ ਗਲਤ ਕੰਮ ਵੀ ਚੱਲਦਾ ਹੈ ਉੱਧਰ, ਕੁੱਟਮਾਰ ਵੀ ਬਹੁਤ ਕਰਦੇ ਆ। कैसा गलत काम कैसा होता है? ਵੀ ਜਿੱਦਾਂ ਰੇਪ ਕਰਦੇ ਕੁੜੀਆਂ ਨਾਲ ਉੱਧਰ। अच्छा। ਹਾਂਜੀ ਨਹੀਂ ਅਲੱਗ ਹੀ ਆ, ਜਿੱਦਾਂ ਇੰਡੀਆ ਦੀਆਂ ਵੀ ਬਹੁਤ ਜਾਣੀਆਂ ਫਸੀਆਂ ਆ, ਕੋਈ ਸ਼੍ਰੀਲੰਕਾ ਦੀ ਆ, ਕੋਈ ਚੇਨਈ ਦੀ ਆ, ਇੱਦਾਂ ਕਰਕੇ ਬਹੁਤ ਫਸੀਆਂ ਹੋਈਆਂ। ਆਫਿਸ 'ਚ ਵੀ ਫਸੀਆਂ ਆ, ਵੈਸੇ ਵੀ ਫਸੀਆਂ। ਉਹਨਾਂ ਨੇ ਵੀ ਕਹਿੰਦੇ ਜੇ ਤੂੰ ਨਹੀਂ ਕੰਮ ਕਰਨਾ ਸਾਨੂੰ ਲੱਖ ਰੁਪਈਆ ਦੇ ਤੇ ਜਾ ਇੰਡੀਆ ਨੂੰ। ਤੇ ਫਿਰ ਮੈਂ ਕਿਹਾ ਮੈਡਮ ਮੈਂ ਲੱਖ ਰੁਪਈਆ ਕਿੱਥੋਂ ਦਾ, ਮੈਂ ਤਾਂ ਆਪ ਘਰੇ ਵੀ ਛੋੜਾ ਜਿਹਾ ਬੱਚਾ ਛੱਡ ਕੇ ਆਈ, ਮੈਂ ਕਿਰਾਏ ਤੇ ਰਹਿੰਦੀ ਆ। ਮੈਂ ਕਿਹਾ ਮੇਰੇ ਤੋਂ ਲੱਖ ਰੁਪਈਆ ਹੈ ਨਹੀਂ। ਕਹਿੰਦੀ ਫਿਰ ਤਾਂ ਨਹੀਂ ਜਾ, ਹੁਣ ਇੱਥੇ ਬੈਠੀ ਰਹੇ, ਲੱਖ ਰੁਪਈਆ ਹੈ ਨਹੀਂ ਤਾਂ। ਲੈਣੇ ਕੋ ਉੱਧਰ ਬਾਬਾ ਜੀ ਆਏ ਸੀ ਫਿਰ ਮੋਹਰੇ ਲੈਣ ਸਾਨੂੰ। कौन? ਬਾਬਾ ਸੀਚੇ ਵਾਲੇ ਜੀ। वो वहाँ पे मस्कट में आए थे वो? नहीं ਉੱਧਰ ਵਾਲੇ ਜਿੱਦਾਂ ਜਿਹੜੇ ਗੁਰਦੁਆਰੇ ਰਹਿੰਦੇ ਉੱਧਰ ਆਏ ਸੀ ਲੈਣ। अच्छा तो फिर फ्लाइट में उन्होंने चढ़ाया आपको? ਹਾਂਜੀ ਉਹ ਹੀ ਛੱਡ ਕੇ ਗਏ ਆ ਫਿਰ। ये 9 मई को दिल्ली से रवाना हुई थी मास्कट ओमान के लिए। और वहाँ पे जाके जो मुश्किल आई 10 मई को हमको आने लगे मुश्किल। कैसी मुश्किल आनी शुरू हुई? मुश्किल जी मैंने जो मेरी वाइफ है मैंने अपनी मौसी की जगह पे भेजा था उसको। तो जब मौसी की जगह पे भेजने के लिए काम करने के लिए भेजा था, जो मौसी के साथ मतलब कोई डील नहीं हुई थी हमारी। मौसी ने बुलाया तो वो वहाँ पे परेशान थी तबीयत की वजह से। तो उसने बोला कि हमको हेल्प चाहिए। हमने हेल्प के लिए अपनी वाइफ को भेजा था। जब वहाँ पे भेजने के लिए जो हमको मेन प्रॉब्लम आई जिस जगह पे जाना डिटेल में सर, जो जब मैंने 9 मई को यहाँ से भेजी थी वहाँ पे एक ओमानी लेने आया था। ओमानी शायद उसको बद्दू बोल देते हैं उधर, वो लेने आया था। मैंने अपनी मौसी से कन्फर्म किया था कि मौसी आप नहीं जा रही हो रेखा को लेने के लिए। तो मौसी ने बोला मैं नहीं जाऊंगी,
मेरी जो मैम है उसका भाई जाएगा लेने के लिए। जब 9 मई को हम वहाँ पे छोड़ के हम दिल्ली से वापस आ रहे थे अपने गांव में, तो सुबह तकरीबन 5 बजे हम घर पे पहुँचे। 9 बजे इसका फ़ोन आया। मैंने हाल चाल पूछने के लिए कोशिश की तो फ़ोन इसका स्विच ऑफ था। 11 बजे तक इनका शायद 10:30 बजे तकरीबन 10:30 बजे नेट ऑन हुआ तो मैंने कॉल किया। फिर मेरी थोड़ी बात हुई। मैंने बोला मौसी कैसी है, तो पहला जवाब इसका यही है कि मैं मौसी की जगह पे नहीं हूँ, मैं किसी और घर पे हूँ। तो मैं एकदम से थोड़ा परेशानी में आ गया कि ये क्या हो गया मेरे साथ। फिर मैंने अपनी वाइफ से जो बात करनी थी उसके जो इसको प्रॉब्लम आई थी, मैंने बोला अभी तुम जहाँ जिस घर पे भी हो कैसी हो, क्या सिस्टम है वहाँ पे, कैसा लग रहा है तुमको। बोलती है कि जो वहाँ के ओमान के लोग हैं वो बोलते हैं हमको क्रिश्चियन लड़की चाहिए। तो हम तो क्रिश्चियन नहीं थे, हम तो सरदार हैं। तो सबसे जब उसने मेरे वाइफ का पासपोर्ट देखा तो वहाँ पे मेरा नाम था हरमनप्रीत सिंह। उस सिंह की वजह से मेरी वाइफ को थोड़ा परेशानी में करने लगे कि हमको ये लड़की नहीं चाहिए जी। ये जब ऑफिस में थी वहाँ पे तो ये खुल के कोई भी बात नहीं कर सकती थी, क्यों जो वहाँ पे ऑफिस में जो बात करवाते थे वो जैसे कि मैंने बात की है, वो लाउड स्पीकर पे बात करते थे। पहले वो सुनते थे फिर इससे होती थी बात हमारी। इसके लिए इसने वहाँ पे तो कुछ नहीं बताया। जब ये इंडिया वापस आई तब इसने बताया कि वहाँ पे तकरीबन 30 से 35 लड़कियाँ हैं एक ऑफिस में। कोई इंडिया की यहाँ तो ज़्यादा है, लेकिन जो पंजाब की है वो तो 6-7 लड़कियाँ थी। नाम नहीं बोलूँगा, मेरे को नाम याद नहीं उसका। जो श्रीलंका की थी, कोई तमिलनाडु की थी, कोई कहीं की थी। जब इससे बात हुई तो इसने जहाँ पे अभी हमको बता रहे कि खाने के लिए भी बहुत परेशानी आ रही थी वहाँ पे। कभी कभी तो एसी भी बंद कर देती। तो जो वहाँ पे जैसे काम करने वाले आते होते हैं कि तुम इसके घर वाले से बात करवाओ, जब पैसे के लिए बात करो, तो काफ़ी टॉर्चर करते थे इसको पैसे के लिए। जब हमने बात करने की कोशिश की मौसी से, लेकिन जब मौसी इंडिया में आई उसने हमसे कोई भी ऐसी बात नहीं रखी कि हम इसको, हमारे रिश्तेदार हैं, इन्होंने हमारी इतनी हेल्प की है कि हम भी इसको फ़ोन करके बता दें कि तुम वहाँ पे टेंशन ना लो कि तुम्हारी वाइफ अच्छी है। ऐसा कुछ भी नहीं, यानी कोई कांटेक्ट नहीं हो रहा था उसके। जी सही बात है आपकी। जैसे कि मौसी वहाँ पे अपना 2 ईयर का वीज़ा लगवाया था और 2.5 लाख की डिमांड की थी उन्होंने। यानी जैसे कि उसने बोला था, जो एजेंट थे उन्होंने बोला 2.5 लाख दे दो, नहीं तो कोई लड़की हमको दे दो। मैंने अपनी वाइफ को भेज दिया। फिर 1 हफ्ते के बाद इसने अपना 1.5 लाख दिया और 1 लाख में मेरी बीवी उधर छोड़ के। इस बात को लेकर कोई शिकायत दर्ज करवाई गई कहीं? जी हमने तकरीबन, पहले तो हम रिश्तेदारी के प्यार मोहब्बत की तरह बात करते हैं। मामा जी से मेरी बात होती थी और मौसी से तो नहीं हुई। मौसी की मेरी बात हुई मेरी मम्मी से एक बार कि मेरी बेटी को मेरे घर वापस भेज दो। तो काफ़ी ऐसे बहस बसाइया हुआ। तो फिर मम्मी ने जब मेरे को बोला कि वो किसी रास्ते पे नहीं आ रहे हैं, वो कोई भी ऐसा सिस्टम नहीं बन रहा है, फिर मैंने मतलब काफ़ी सोच समझ के फिर मैंने FRI उसके ऊपर दर्ज करवाई।